तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਿਨਾਮ ਧੰਨ ਵਾਹਿਗੁਰੂ ਜੀ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਤੀ ਜੋ ਪਿਆਸ ਪੀਊਸ ਪਿਵਨ ਕੀ। ਬੰਛਤ ਸਿਧ ਕੋ ਬਿਦ ਮਿਲਾਇਓ। ਪੂਰਨ ਭੋ ਮਨ ਠੌਰ ਬਸੋ। ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ। ਗੋਬਿੰਦ ਵਾਲ ਗੋਬਿੰਦਪੁਰੀ ਸਮ। ਜਲਨ ਤੀਰ ਬਿਪਾਸ ਬਨਾਇਓ। ਗਇਓ ਦੁਖ ਦੂਰ ਬਰਖਨ ਕੋ। ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਤਾਏ। ਸਭ ਥਾਈ ਹੋਈ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਅੰਦਰ ਟੀਵੀ ਦੇ ਮਾਧਿਅਮ ਰਾਹੀਂ ਆਪ ਸੰਗਤ ਲੜੀਵਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਹੋ ਕਰਕੇ ਸਤਿਗੁਰ ਮਹਾਰਾਜ ਜੀ ਦੀ ਜੀਵਨ ਕਥਾ ਆਪ ਜੀ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਬਖਸ਼ਿਸ਼ ਰਹਿਮਤ ਕਰਨ, ਗੁਰਮਤਿ ਵਿਚਾਰਾਂ ਦੀ, ਗੁਰ ਇਤਿਹਾਸ ਦੀ ਸਾਂਝ ਕਰ ਸਕੀਏ ਔਰ ਸਾਨੂੰ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਜੀਵਨ ਜਾਚ ਪ੍ਰਾਪਤ ਹੋ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ, ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤ ਦੇ ਉੱਪਰ ਚੱਕ ਨਾਨਕੀ ਅਜੇ ਨਾਮ ਹੈ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਅਨੇਕਾਂ ਆਉਂਦੇ ਨੇ ਔਰ ਆਪਣੇ ਮਨ ਦੀ ਤ੍ਰਿਪਤੀ ਕਰਾ ਕਰਕੇ ਉਹ ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸ ਕਰਕੇ ਜੀਵਨ ਨੂੰ ਸਫਲਾ ਕਰਕੇ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਫਕੀਰ ਆਏ ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਪਾਤਸ਼ਾਹ, ਇੱਕ ਫਕੀਰ ਨੇ ਇਹ ਬੇਨਤੀ, ਇਹ ਸਵਾਲ ਕਰਨਾ ਕੀਤਾ ਕਿ ਮਹਾਰਾਜ ਜ਼ੋਹਦ ਅਤੇ ਫਕਰ ਕੀ ਹੈ। ਜ਼ੋਹਦ ਦੇ ਆਖਰੀ ਅਰਥ ਹੁੰਦੇ ਨੇ ਭਗਤ ਜਾਂ ਤਿਆਗੀ, ਅਸੀਂ ਕਹਿ ਸਕਦੇ ਹਾਂ। ਅਤੇ ਜਿਹੜਾ ਅਗਲਾ ਪ੍ਰਸ਼ਨ ਸੀ ਉਹ ਸੀ ਫਕਰ ਕੀ ਹੁੰਦਾ ਹੈ।
ਤੇ ਫਕਰ ਦੇ ਅਰਥ ਆ ਕਿ ਫਕੀਰੀ। ਫਕੀਰੀ ਕੀ ਹੈ, ਤਿਆਗੀ ਕੌਣ ਹੈ, ਅਸਲ ਦੇ ਵਿੱਚ ਭਗਤ ਕਿਹਨੂੰ ਆਖਦੇ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਵਾਲ ਕਰਨਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਆਖਦੇ ਨੇ, ਫਕੀਰ ਸਾਈਂ ਜੋ ਰੱਬ ਨਾਲੋਂ ਤੋੜੇ ਕੋਈ ਵੀ ਵਸਤੂ ਹੈ, ਕੋਈ ਵੀ ਸ਼ੈ ਹੈ, ਕੋਈ ਵੀ ਰਿਸ਼ਤਾ ਹੈ, ਜਿਹੜਾ ਰੱਬ ਦੇ ਨਾਲੋਂ ਤੋੜਦਾ ਹੈ, ਕਹਿੰਦੇ ਨੇ ਜਿਹੜਾ ਫਕੀਰ ਹੈ, ਜਿਹੜਾ ਜ਼ੋਹਦ ਹੈ, ਜਿਹੜਾ ਤਿਆਗੀ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਉਹਦੇ ਨਾਲੋਂ ਫਿਰ ਉਹ ਸੰਬੰਧ ਤੋੜ ਲੈਂਦਾ ਹੈ। ਜੋ ਰੱਬ ਨਾਲੋਂ ਤੋੜਦਾ ਹੈ, ਉਹਦੇ ਨਾਲੋਂ ਜਿਹੜਾ ਸੰਬੰਧ ਤੋੜਦਾ ਹੈ, ਉਹਨੂੰ ਆਖਦੇ ਨੇ ਜ਼ੋਹਦ। ਤੇ ਮਹਾਰਾਜ ਫਿਰ ਫਕਰ ਕਿਸ ਨੂੰ ਆਖਦੇ ਆ। ਸਤਿਗੁਰ ਮਹਾਰਾਜ ਕਹਿੰਦੇ ਜਿਹੜਾ ਉਸ ਦਸ਼ਾ ਵਿੱਚ, ਉਸ ਅਵਸਥਾ ਦੇ ਵਿੱਚ, ਉਸ ਉੱਚੀ ਪਦਵੀ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਆਪੇ ਦੀ ਮੁਕੰਮਲਤਾ ਹੋ ਜਾਂਦੀ ਹੈ, ਜਿੱਥੇ ਆਪਾ ਜਿਹੜਾ ਹੈ ਉਹ ਮੁਕੰਮਲ ਹੋ ਜਾਂਦਾ ਹੈ, ਸਮਾ ਜਾਂਦਾ ਹੈ। ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਜਿੱਥੇ ਹੋਂਦ ਮੁੱਕ ਜਾਂਦੀ ਏ ਉਹਨੂੰ ਕਹਿੰਦੇ ਨੇ ਫਕਰ ਹੈ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਅਨੇਕਾਂ ਫਕੀਰ ਆਏ ਜਿਨ੍ਹਾਂ ਨੇ ਮਹਾਰਾਜ ਜੀ ਦੇ ਨਾਲ ਗਿਆਨ ਗੋਸ਼ਟ ਕੀਤੀ। ਮਨ ਦੇ ਸ਼ੰਕੇ ਲੈ ਕੇ, ਮਨ ਦੇ ਸਵਾਲ ਲੈ ਕੇ ਆਉਂਦੇ ਨੇ ਤੇ ਸਤਿਗੁਰ ਮਹਾਰਾਜ ਜੀ ਉਹਨਾਂ ਦੀ ਭਾਵਨਾ ਪੂਰਨ ਕਰਦੇ ਆ। ਇੱਕ ਸਿੱਖ ਸਤਿਗੁਰ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਕਹਿਣ ਲੱਗਾ ਮਹਾਰਾਜ ਭਗਤ ਕੀ ਹੈ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਮਾਲਕ ਵਿੱਚ ਸਮਾ ਜਾਣਾ ਉਹ ਭਗਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰਭੂ ਯਾਦ ਸਦਾ ਰੱਖਣੀ ਤੇ ਉਹਦੇ ਗੁਣ ਗਾਉਂਦੇ ਰਹਿਣਾ ਇਹ ਭਗਤੀ ਹੈ। ਆਪਾ ਜਿਹੜਾ ਹੈ ਉਹਨੂੰ ਸਰਬ ਸ਼ਕਤੀਮਾਨ ਵਿੱਚ ਸਮਾ ਦੇਣਾ, ਮਹਾਰਾਜ ਕਹਿੰਦੇ ਨੇ ਇਹ ਭਗਤੀ ਹੈ। ਇਸ ਤਰ੍ਹਾਂ ਭਗਤੀ ਵਿੱਚੋਂ ਫਿਰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਰਸ ਚੋਂਦਾ ਹੈ ਤੇ ਜਦੋਂ ਅੰਮ੍ਰਿਤ ਰਸ ਭਗਤੀ ਦੇ ਵਿੱਚੋਂ ਚਾਹੁੰਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਦੇ ਵਿੱਚੋਂ ਆਨੰਦ ਪੈਦਾ ਹੁੰਦਾ ਹੈ। ਸਿੱਖ ਸਵਾਲ ਕਰਦੇ ਨੇ ਮਹਾਰਾਜ ਫਿਰ ਇਹ ਦੱਸੋ ਕਿ ਸਭ ਤੋਂ ਉੱਤਮ ਕਰਮ ਕਿਹਨੂੰ ਆਖਾਂਗੇ, ਉੱਤਮ ਕਰਮ ਕਿਹੜਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਸਭ ਤੋਂ ਉੱਤਮ ਕਰਮ ਹੈ ਜੋ ਕੋਲ ਹੈ ਉਹ ਲੋੜਵੰਦਾਂ ਵਾਸਤੇ ਵੰਡ ਦਿੱਤਾ ਜਾਏ। ਅੱਜ ਦੇਖੋ, ਅੱਜ ਸੰਸਾਰੀ ਸਭ ਤੋਂ ਉੱਤਮ ਕਰਮ ਇਹ ਸੋਚਦਾ ਹੈ ਕਿ ਜੋ ਕਿਸੇ ਦੇ ਕੋਲ ਹੈ ਉਹ ਮੇਰਾ ਹੋ ਜਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਧਰਮ ਦੇ ਵਿੱਚ ਉੱਤਮ ਕਰਮ ਉਹ ਹੈ ਕਿ ਜੋ ਆਪਣੇ ਕੋਲ ਹੈ ਉਹ ਦੂਸਰੇ ਨੂੰ ਵੰਡ ਦਿੱਤਾ ਜਾਏ, ਆਪਣਾ ਜਿਹੜਾ ਵਿਗਾੜ ਕੇ ਵੀ ਦੂਸਰੇ ਦਾ ਸਵਾਰ ਦਿੱਤਾ ਜਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਦੇ ਵਿੱਚੋਂ ਫਿਰ ਬਲ ਪੈਦਾ ਕਰੇ, ਇਹਦੇ ਵਿੱਚੋਂ ਅੰਤਰ ਆਤਮੇ ਨੂੰ ਮੌਜੂਦ ਕਰੇ। ਜਦੋਂ ਅੰਤਰ ਆਤਮਾ ਮਜ਼ਬੂਤ ਹੋ ਜਾਏਗਾ ਤੇ ਜਦੋਂ ਸਮਾਂ ਕਿਤੇ ਆਵੇ ਤੇ ਸਮੇਂ ਦੇ ਆਉਣ ਤੇ ਆਪਣੀ ਦੇਹ ਜਿਹੜੀ ਹੈ, ਸਰੀਰ ਜਿਹੜਾ ਹੈ, ਉਹਨੂੰ ਵੀ ਕਿਸੇ ਲੇਖੇ ਵਿੱਚ ਲਾ ਸਕੇ। ਮਹਾਰਾਜ ਕਹਿੰਦੇ ਨੇ ਇਹ ਵੀ ਸੂਝ ਹੋਣੀ ਚਾਹੀਦੀ ਹੈ। ਕੱਲਾ ਇਹ ਨਹੀਂ ਕਿ ਕਿਸੇ ਨੇ ਕਹਿ ਦਿੱਤਾ ਤੇ ਵੇਖੋ ਵੇਖੀ ਪਿੱਛੇ ਤੁਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਵੀ ਸੂਝ ਹੋਵੇ ਕਿ ਦੇਣਾ ਕਿਸ ਨੂੰ ਹੈ, ਲੋੜਵੰਦ ਨੂੰ ਦਾਨ ਦੇਣਾ ਹੈ, ਲੋੜਵੰਦ ਦੀ ਲੋੜਾਂ ਪੂਰੀਆਂ ਕਰਨੀਆਂ ਨੇ। ਅੱਜ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਜਿਹਨੂੰ ਲੋੜ ਨਹੀਂ ਉੱਥੇ ਵੀ ਦਿੱਤਾ ਜਾ ਰਿਹਾ ਹੈ, ਪਰ ਜਿਹੜੇ ਲੋੜਵੰਦ ਨੇ ਉਹ ਅਸਲ ਦੇ ਵਿੱਚ ਉਹ ਵਾਂਝੇ ਰਹਿ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਕਿ ਇਹ ਵੀ ਸੂਝ ਰੱਖੋ ਕਿ ਦੇਣਾ ਕਿਸ ਨੂੰ ਹੈ। ਇਕੱਠਾ ਕੇਵਲ ਨਾਮ ਦਾ ਧਨ ਕਰਨਾ ਤੇ ਸਰੀਰ ਨੂੰ ਨਰੋਇਆ, ਸਰੀਰ ਨੂੰ ਚੁਸਤ ਰੱਖਣ ਦੇ ਯਤਨ ਕਰਨੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੇ ਦੀ ਕੈਦ ਵਿੱਚੋਂ ਨਿਕਲਣਾ ਵੱਡਾ ਸਭ ਤੋਂ ਉੱਤਮ ਕਰਮ ਹੈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਾਇਆ ਧਾਰੀ ਉਨਾ ਮਾੜਾ ਨਹੀਂ ਹੁੰਦਾ ਜਿੰਨਾ ਆਪੋ ਧਾਰੀ ਮਾਇਆ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਾਇਆ ਧਾਰੀ ਉਨਾ ਮਾੜਾ ਨਹੀਂ, ਜਿਹਨੇ ਮਾਇਆ ਇਕੱਠੀ ਕੀਤੀ ਉਹ ਉਨਾ ਮਾੜਾ ਨਹੀਂ। ਉਹ ਹੋ ਸਕਦਾ ਹੈ ਕਿ ਕੱਲ੍ਹ ਨੂੰ ਉਸ ਮਾਇਆ ਦਾ ਤਿਆਗ ਕਰ ਦੇਵੇ ਜਾਂ ਉਸ ਮਾਇਆ ਨੂੰ ਕਿਸੇ ਚੰਗੇ ਲੇਖੇ ਦੇ ਵਿੱਚ ਲਾ ਦੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਆਪੂ ਧਾਰੀ ਹੁੰਦਾ ਹੈ ਨਾ, ਜਿਹੜਾ ਹਮੇਸ਼ਾ ਆਪਣੀ ਗੱਲ, ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਜਿਹਨੇ ਅੱਗੇ ਰੱਖਣਾ, ਵਡਿਆਉਣਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਐਸੇ ਆਪੋ ਧਾਰੀ ਜਿਹੜੇ ਨੇ ਉਹ ਮਾਇਆ ਧਾਰੀ ਦੇ ਨਾਲੋਂ ਵੀ ਮਾੜੇ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪ੍ਰੇਮ ਉਸ ਹਿਰਦੇ ਵਿੱਚ ਪੈਦਾ ਹੁੰਦਾ ਜਿੱਥੇ ਹੋਰ ਕੁਝ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਪ੍ਰੇਮ ਦੀ ਭੱਠੀ ਵਿੱਚ ਪੈ ਕੇ ਹੀ ਆਪਾ ਤੇ ਹੰਕਾਰ ਖਤਮ ਹੁੰਦਾ ਹੈ।
ਆਨੰਦਪੁਰ ਆਇਆ ਸਤਿਗੁਰੂ ਮਹਾਰਾਜ ਜੀ ਨੂੰ 2 ਸਾਲ ਹੋ ਚੁੱਕੇ ਨੇ। ਸਤਿਗੁਰੂ ਮਹਾਰਾਜ ਜੀ ਨੇ ਜਿਸ ਨਗਰ ਨੂੰ ਚੱਕ ਨਾਨਕੀ ਜਿਹਨੂੰ ਵਸਾਇਆ, ਬਹੁਤ ਸੋਹਣੇ ਤਰੀਕੇ ਦੇ ਨਾਲ ਇੱਥੇ ਰੌਣਕ ਲੱਗੀ, ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ। ਇਸੇ ਸਮੇਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਪੰਜਾਬ ਤੋਂ ਸੰਗਤ ਜਾਂਦੀ ਹੈ, ਮਾਝੇ ਤੇ ਮਾਲਵੇ ਦੀ ਸੰਗਤ, ਬਾਂਗੜ ਦੇਸ਼ ਦੀ ਸੰਗਤ ਜਾਂਦੀ ਹੈ ਤੇ ਉਹਨਾਂ ਨੇ ਜਾ ਕਰਕੇ ਨਾਲੇ ਤਾਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨਾਲੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਆਪ ਮਾਲਵੇ ਦੀ ਧਰਤੀ ਤੇ ਬਾਂਗੜ ਦੇਸ਼ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਆਪ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਸੁਦਰ ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ। ਦੂਸਰੇ ਪਾਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸੁਪੁੱਤਰ ਗੋਬਿੰਦ ਰਾਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਣ ਪਟਨੇ ਦੀ ਧਰਤੀ ਤੋਂ ਵਾਪਸ ਬੁਲਾਉਣ ਦੀ ਤਿਆਰੀ ਕਰ ਰਹੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਜਿਸ ਦਿਨ ਸਤਿਗੁਰੂ ਮਹਾਰਾਜ ਜੀ ਨੇ ਸੱਦਾ ਭੇਜਿਆ ਸੀ ਕਿ ਪਟਨੇ ਨੂੰ ਹੁਣ ਤੁਸੀਂ ਛੱਡ ਕੇ ਪੰਜਾਬ ਆਨੰਦਪੁਰ ਸਾਹਿਬ ਆ ਜਾਣਾ ਹੈ, ਤੇ ਉਸ ਦਿਨ ਪਟਨੇ ਦੀ ਹਾਲਤ ਦੇਖਣ ਵਾਲੇ ਸੀ। ਲੋਕ ਕਹਿੰਦੇ ਸੀ ਕਿ ਜਿਵੇਂ ਪਟਨੇ ਦੀ ਜਿੰਦ ਚੱਲੀ ਹੋਵੇ ਇੱਥੋਂ। ਸਤਿਗੁਰੂ ਮਹਾਰਾਜ ਜੀ ਨੇ ਹੁਕਮ ਭੇਜਣ ਦੀ ਤਿਆਰੀ ਕੀਤੀ। ਆਏ ਆਪਣੋ ਨਗਰ ਸੰਭਾਰੇ, ਹਮ ਜਹ ਜਾਨੋ ਤਹਾਂ ਸਿਧਾਰੇ। ਕਿ ਸਤਿਗੁਰੂ ਮਹਾਰਾਜ ਚਾਹੁੰਦੇ ਸੀ ਕਿ ਗੋਬਿੰਦ ਰਾਏ ਜਿਹੜੇ ਨੇ ਉਹ ਚੱਕ ਨਾਨਕੀ ਵਿੱਚ ਆ ਕਰਕੇ ਇਸ ਨਗਰ ਦੀ ਸਾਂਭ ਸੰਭਾਲ ਕਰਨ ਤੇ ਅਸੀਂ ਵੀ ਖੁੱਲ੍ਹੇ ਮਨ ਦੇ ਨਾਲ ਜਿਹੜਾ ਹੈ ਉਹ ਬਾਹਰ ਵਿਚਰ ਸਕੀਏ। ਕਿਉਂਕਿ ਸਤਿਗੁਰੂ ਮਹਾਰਾਜ ਚਾਹੁੰਦੇ ਸੀ ਕਿ ਜਿਹੜੀ ਇੱਥੇ ਸੰਗਤ ਆਉਂਦੀ ਆਨੰਦਪੁਰ ਸਾਹਿਬ, ਉਹਨਾਂ ਦੇ ਵੀ ਆਓ ਭਗਤ ਵਾਸਤੇ ਜਾਂ ਉਹਨਾਂ ਦੀ ਜਗਿਆਸਾ ਵਾਸਤੇ, ਉਹਨਾਂ ਨੂੰ ਜਦੋਂ ਮਨ 'ਚ ਇਹ ਲਾਲਸਾ ਲੈ ਕਰਕੇ ਆਉਂਦੇ ਕਿ ਸਤਿਗੁਰੂ ਦੇ ਦਰਸ਼ਨ ਕਰਨੇ ਆ, ਤੇ ਜੇ ਗੁਰੂ ਸਾਹਿਬ ਵੀ ਉੱਥੇ ਨਹੀਂ, ਸਤਿਗੁਰੂ ਮਹਾਰਾਜ ਜੀ ਦੇ ਸੁਪੁੱਤਰ ਵੀ ਨਹੀਂ, ਤੇ ਕਈ ਵਾਰੀ ਨਿਰਾਸ਼ਤਾ ਮਨ ਨੂੰ ਮਹਿਸੂਸ ਹੋਣੀ ਕਿ ਸਤਿਗੁਰੂ ਮਹਾਰਾਜ ਤੇ ਮਿਲੇ ਕੋਈ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਪਣੇ ਸੁਪੁੱਤਰ ਗੋਬਿੰਦ ਰਾਏ ਜੀ ਨੂੰ ਸੁਨੇਹਾ ਭੇਜਦੇ ਆ ਕਿ ਤੁਸੀਂ ਇੱਥੇ ਆਨੰਦਪੁਰ ਸਾਹਿਬ ਨੂੰ ਆਉਣਾ। ਮਹਾਰਾਜ ਜੀ ਇੱਕ ਸਿੱਖ ਨੂੰ ਇੱਕ ਚਿੱਠੀ ਲਿਖਦੇ ਆ, ਪੱਤਰਕਾ ਲਿਖ ਕੇ ਦਿੰਦੇ ਆ। ਲਿਖੀ ਪੱਤਰਕਾ ਅਖਿਲ ਹਵਾਲ, ਪੱਠ ਕਰ ਚਲੋ ਬਿਲਮ ਸਬਟਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਅਜੇ ਨਾਮ ਗੋਬਿੰਦ ਰਾਏ ਆ, ਪਰ ਅਸੀਂ ਗੋਬਿੰਦ ਸਿੰਘ ਜੀ ਵਰਤਦੇ ਹਾਂ ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਨਾਮ ਪ੍ਰਚਲਿਤ ਤੌਰ 'ਤੇ ਅਸੀਂ ਜੋ ਸਾਡੇ ਮਨ ਦੀ ਭਾਵਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਨਾਮ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲਿਖੀ ਪੱਤਰਕਾ ਅਖਿਲ ਹਵਾਲ, ਸਾਰਾ ਹਵਾਲ, ਸਾਰਾ ਪ੍ਰਬੰਧ ਦਾ ਜਾਇਜ਼ਾ ਦੱਸਦਿਆਂ ਹੋਇਆਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਪੱਤਰਕਾ ਲਿਖਣਾ ਕੀਤੀ। ਪਰਿਵਾਰ ਨੂੰ ਇਹ ਚਿੱਠੀ ਲਿਖਦੇ ਨੇ ਕਿ ਪੱਠ ਕਰ ਚਲੋ ਬਿਲਮ ਸਬਟਾਲ। ਜਦੋਂ ਇਹਨੂੰ ਪੜ੍ਹੋਗੇ ਚਿੱਠੀ ਨੂੰ, ਫਿਰ ਬਹੁਤਾ ਚਿਰ ਨਾ ਲਾਉਣਾ, ਤੁਸੀਂ ਪੰਜਾਬ ਵਾਪਸ ਆ ਜਾਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਜੀਵਨ ਕਥਾ ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਮਹਾਰਾਜ ਲਿਖਦੇ ਨੇ ਕਿ ਮਦਰ ਦੇਸ ਹਮਕੋ ਲੈ ਆਏ, ਪਾਂਤ ਪਾਂਤ ਦਾਇਨ ਦੁਲਰਾਏ, ਕੀਨੀ ਅਣਕ ਭਾਂਤ ਤਨ ਰਛਾ, ਦੀਨੀ ਭਾਂਤ ਭਾਂਤ ਕੀ ਸ਼ਿਸਾ। ਸਤਿਗੁਰੂ ਮਹਾਰਾਜ ਇਹਨਾਂ 4 ਪੰਕਤੀਆਂ ਦੇ ਵਿੱਚ ਮਹਾਰਾਜ ਜੀ ਨੇ ਸਾਰਾ ਹਾਲ ਦੱਸ ਦਿੱਤਾ ਕਿ ਸਾਨੂੰ ਸਾਡੇ ਪਿਤਾ ਜਿਹੜੇ ਸਨ ਉਹ ਮਦਰ ਦੇਸ਼ ਭਾਵ ਕਿ ਪੰਜਾਬ ਦੀ ਧਰਤੀ 'ਤੇ ਲੈ ਕੇ ਆਏ। ਭਾਂਤ ਭਾਂਤ ਦਾਈਨ ਦੁਲਰਾਏ, ਤੇ ਬਹੁਤ ਤਿਆਰੀ ਦੇ ਨਾਲ, ਬਹੁਤ ਪਿਆਰ ਦੇ ਨਾਲ ਜਿਹੜੀਆਂ ਦਾਈਆਂ ਸਨ ਉਹਨਾਂ ਨੇ ਸਾਡੀ ਸੰਭਾਲ ਕੀਤੀ, ਸਾਨੂੰ ਲਾਡ ਲਡਾਉਣਾ ਕੀਤੇ। ਕੀਨੀ ਅਣਕ ਭਾਂਤ ਤਨ ਰਛਾ, ਤੇ ਹਰ ਤਰੀਕੇ ਨਾਲ ਸਾਡੇ ਸਰੀਰ ਦੀ ਰੱਖਿਆ ਕੀਤੀ। ਦੀਨੀ ਭਾਂਤ ਭਾਂਤ ਕੀ ਸ਼ਿਸ਼ਾ, ਅੱਗੇ ਜਾ ਕੇ ਅਸੀਂ ਜ਼ਿਕਰ ਵੀ ਕਰਾਂਗੇ ਕਿ ਸਤਿਗੁਰੂ ਮਹਾਰਾਜ ਜੀ ਨੂੰ ਕਿਹੜੀ ਕਿਹੜੀ ਸਿੱਖਿਆ ਦੇਣੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਹੜਾ ਗਿਆਨ, ਕਿਹੜੀ ਵਿੱਦਿਆ ਦੇ ਵਾਸਤੇ ਕਿੰਨਾ ਦਾ ਪ੍ਰਬੰਧ ਕੀਤਾ ਗਿਆ, ਕੌਣ ਜਿਹੜੇ ਸਨ ਉਹਨਾਂ ਨੂੰ ਉਸਤਾਦ ਨਿਯਤ ਕੀਤਾ ਗਿਆ ਕਿ ਆਪ ਜੀ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਦੀ ਵਿੱਦਿਆ ਦਾ ਪ੍ਰਬੰਧ ਦੇਖਣਾ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪ ਫਰਮਾਇਆ ਕਿ ਸਾਨੂੰ ਹੁਕਮ ਹੋਇਆ ਹੈ, ਉਸ ਵੇਲੇ ਇੱਕ ਫਕੀਰ ਨੇ ਪੁੱਛਿਆ, ਦੇਖਿਆ ਜਦੋਂ ਕਿ ਪਟਨੇ ਦੀ ਹਾਲਤ ਜਿਹੜੀ ਹੈ ਉਹ ਇਵੇਂ ਆ ਕਿ ਜਿਵੇਂ ਉੱਥੇ ਕੋਈ ਸੋਗ ਫੈਲ ਗਿਆ ਹੋਵੇ, ਬਹੁਤ ਚਿੰਤਾਜਨਕ, ਹਰ ਚਿਹਰੇ ਦੇ ਉੱਤੇ ਮਾਯੂਸੀ ਸੀ। ਤੇ ਉਸ ਫਕੀਰ ਨੇ ਕਿਸੇ ਨੂੰ ਪੁੱਛਿਆ, ਕਹਿਣ ਲੱਗੇ ਕਿ ਸਾਰੇ ਲੋਕ, ਸਾਰੇ ਪਟਨੇ ਦੇ ਵਾਸੀ
ਇੰਨੇ ਉਦਾਸ ਕਿਉਂ ਨੇ। ਤੇ ਉੱਥੇ ਫਿਰ ਫਕੀਰ ਨੂੰ ਕਹਿਣਾ ਕੀਤਾ ਸੀ, ਕਹਿਣ ਲੱਗੇ ਕਿ ਪਟਨੇ ਦੀ ਜਿੰਦ ਚੱਲੀ। ਕਹਿੰਦੇ ਕਿਵੇਂ? ਕਹਿੰਦੇ ਗੋਬਿੰਦ ਰਾਏ ਜੀ ਪਟਨੇ ਨੂੰ ਛੱਡ ਕੇ ਪੰਜਾਬ ਚੱਲੇ ਨੇ। ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚੋਜ ਨੇ, ਉਹਨਾਂ ਦਾ ਜੀਵਨ ਦਾ ਸਮਾਂ ਹੈ ਉੱਥੇ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਟਨੇ ਨੂੰ ਛੱਡਣ ਲੱਗਿਆ, ਜਿਨ੍ਹਾਂ ਨੇ ਬਚਪਨ ਦੇ ਵਿੱਚ ਸਤਿਗੁਰ ਮਹਾਰਾਜ ਜੀ ਦੇ ਨਿੱਘ ਨੂੰ ਮਾਣਿਆ, ਜਿਨ੍ਹਾਂ ਨੇ ਪਿਆਰ ਨੂੰ ਮਾਣਿਆ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਅਗੰਮੀ ਕੌਤਕਾਂ ਨੂੰ ਤੱਕਿਆ, ਹੁਣ ਉਹਨਾਂ ਦਾ ਮਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਸਾਨੂੰ ਛੱਡ ਕੇ ਨਾ ਚਲੇ ਜਾਣ। ਪਰ ਜਦੋਂ ਮਹਾਰਾਜ ਜੀ ਨੇ ਪਿਤਾ ਗੁਰੂ ਜੀ ਦਾ ਹੁਕਮ ਸੁਣਾਇਆ ਕਿ ਮਹਾਰਾਜ ਪਿਤਾ ਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ ਕਿ ਅਸੀਂ ਪਟਨੇ ਦੀ ਧਰਤੀ ਨੂੰ ਛੱਡ ਕੇ ਜਾਣਾ, ਸੱਚੇ ਪਾਤਸ਼ਾਹ ਮਹਾਰਾਜ ਤਿਆਰੀ ਕਰਦੇ ਆ। ਸੰਗਤ ਬੂਹਿਆਂ ਦੇ ਵਿੱਚ, ਗਲੀਆਂ ਦੇ ਵਿੱਚ ਖੜੀ ਸਤਿਗੁਰ ਮਹਾਰਾਜ ਨੂੰ ਵਿਦਿਆ ਹੁੰਦਿਆਂ ਦੇਖਦੀ ਪਈ ਆ। ਉੱਥੇ ਜਗਿਆਸੂ ਜਿਹੜੇ ਸਨ, ਜਿਵੇਂ ਪਟਨੇ ਵਿੱਚ ਜਿਹੜਾ ਰਾਜਾ ਸੀ ਫਤਿਹ ਚੰਦ, ਉਹਦੀ ਘਰਵਾਲੀ ਮੈਨੀ, ਫਤਿਹ ਚੰਦ ਮੈਨੀ ਦੀ ਘਰਵਾਲੀ, ਉਹਨੇ ਜਦੋਂ ਸਤਿਗੁਰ ਮਹਾਰਾਜ ਜੀ ਨੂੰ ਪੁੱਤਰ ਕਰਕੇ ਜਾਣਿਆ, ਮਹਾਰਾਜ ਗੋਦ ਵਿੱਚ ਬੈਠੇ ਸੀ ਤੇ ਕਿਹਾ ਸੀ, ਰਾਣੀ ਅੱਜ ਤੋਂ ਬਾਅਦ ਮੈਂ ਤੇਰਾ ਪੁੱਤਰ, ਤੂੰ ਮੇਰੀ ਮਾਂ ਹੈ। ਤੇ ਉੱਥੇ ਸਤਿਗੁਰ ਮਹਾਰਾਜ ਜਦੋਂ ਤੁਰਨ ਲੱਗੇ ਨੇ ਤੇ ਮਹਾਰਾਜ ਨੂੰ ਹੱਥ ਜੋੜ ਕੇ ਉਹਨੇ ਕਿਹਾ ਸੀ, ਕਹਿਣ ਲੱਗੇ ਤੁਸੀਂ ਤੇ ਕਿਹਾ ਸੀ ਕਿ ਮੈਂ ਪੁੱਤਰ ਸਦਾ ਵਾਸਤੇ ਤੁਹਾਡੇ ਕੋਲ ਰਵਾਂਗਾ, ਅੱਜ ਫਿਰ ਇਹ ਕਿਵੇਂ ਕਿ ਤੁਸੀਂ ਛੱਡ ਕੇ ਚੱਲੇ ਹੋ? ਸਤਿਗੁਰ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਮਾਂ ਮੈਂ ਤੇਥੋਂ ਦੂਰ ਕਦੇ ਨਹੀਂ ਜਾਣਾ, ਮੈਂ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਆਖਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਹੜੇ ਦੇ ਵਿੱਚ ਆਪਣੇ ਹੱਥੀਂ ਕਰੋਂਦ ਦਾ ਬੂਟਾ ਲਾਇਆ, ਕਹਿਣ ਲੱਗੇ ਮਾਂ ਆ ਮੈਂ ਕਰੋਂਦ ਦਾ ਬੂਟਾ ਲਾ ਕੇ ਚੱਲਿਆ, ਇਹਨੇ ਨਾ ਕਦੇ ਸੁੱਕਣਾ ਹੈ, ਨਾ ਇਹਦੇ 'ਤੇ ਪੱਤਝੜ ਆਉਣੀ ਹੈ, ਇਹ ਹਮੇਸ਼ਾ ਹਰਿਆ ਰਹੇਗਾ। ਕਹਿਣ ਲੱਗੀ ਬੇਟਾ ਗੋਬਿੰਦ ਰਾਏ ਜੀ ਫਿਰ ਸਾਨੂੰ ਦਰਸ਼ਨ ਕਿਵੇਂ ਹੋਣਗੇ ਤੁਹਾਡੇ? ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ ਮਾਂ ਰੋਜ਼ ਛੋਲੇ ਤੇ ਪੂੜੀਆਂ ਤਿਆਰ ਕਰਨੀਆਂ, ਬੱਚਿਆਂ ਨੂੰ ਬਿਠਾਲ ਕਰਕੇ ਆਪ ਜੀ ਰੋਜ਼ ਛਕਾਉਣਾ ਕਰੋ। ਮਾਂ ਜਦੋਂ ਤੁਸੀਂ ਬੱਚਿਆਂ ਨੂੰ ਛਕਾਇਆ ਕਰੋਗੇ, ਤੁਸੀਂ ਦੇਖਿਓ ਉਹਨਾਂ ਬੱਚਿਆਂ ਦੇ ਵਿੱਚ ਬੈਠਾ ਹੋਇਆ ਮੈਂ ਖੁਦ ਆਪ ਛਕਦਾ ਹੋਵਾਂਗਾ। ਸਤਿਗੁਰੂ ਮਹਾਰਾਜ ਜੀ ਨੇ ਉਹ ਪਿਆਰ ਤੇ ਮਮਤਾ ਦੀ ਮੂਰਤ ਜਿਹੜੀ ਵਿਜੋਗ ਦੇ ਵਿੱਚ ਹੈ, ਜਿਨਦੇ ਮਨ ਦੇ ਵਿੱਚ ਇਹ ਹੈ ਕਿ ਗੋਬਿੰਦ ਰਾਏ ਜੀ ਜਿਨ੍ਹਾਂ ਨੇ ਰੋਜ਼ ਆ ਕੇ ਗੋਦੀ ਵਿੱਚ ਬੈਠ ਕੇ ਮਾਂ ਕਹਿਣਾ, ਉਹਨੂੰ ਸਤਿਗੁਰੂ ਮਹਾਰਾਜ ਰਾਣੀ ਫਤਿਹ ਚੰਦ ਮੈਨੀ ਉਹਨੂੰ ਤਰਵਾਸ ਦਿੰਦਿਆਂ ਆਖਦੇ ਨੇ ਮਾਂ ਤੂੰ ਰੋਜ਼ ਸੇਵਾ ਕਰੀ, ਤੂੰ ਰੋਜ਼ ਲੰਗਰ ਤਿਆਰ ਕਰੀ, ਮੈਂ ਆਪ ਬੈਠ ਕੇ ਛਕਾਂਗਾ। ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਰਹੀਮ ਬਖਸ਼, ਜਿਸ ਦੇ ਬਾਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਗੁਰੂ ਤੇਗ ਬਹਾਦਰ ਨਾਲ ਮਿਲਾਪ ਹੋਇਆ ਸੀ, ਗੁਰੂ ਘਰ ਦਾ ਉਹ ਇੰਨਾ ਕੁ ਪ੍ਰੇਮੀ ਬਣਿਆ, ਅੱਖਾਂ ਦੇ ਵਿੱਚੋਂ ਨੀਰ ਵਗਦਾ ਪਿਆ ਏ। ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲਾ ਪ੍ਰੀਤਮ ਆਪ ਚੱਲੇ ਹੋ? ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਕਹਿਣ ਲੱਗੇ ਰਹੀਮ ਬਖਸ਼ ਜੀ ਆਪ ਜੀ ਨੇ ਉਸ ਥਾਂ 'ਤੇ ਬੈਠਣਾ ਜਿੱਥੇ ਪਿਤਾ ਗੁਰੂ ਨਾਲ ਸਾਡਾ ਮਿਲਾਪ ਹੋਇਆ ਸੀ, ਜਿੱਥੇ ਅੱਜ ਵੀ ਗੁਰਦੁਆਰਾ ਹੈ, ਗੁਰਦੁਆਰਾ ਗੁਰੂ ਕਾ ਬਾਗ, ਉਸ ਅਸਥਾਨ 'ਤੇ ਬੈਠਿਓ, ਜਪਜੀ ਦਾ ਪਾਠ ਕਰਿਓ ਤੇ ਸਾਨੂੰ ਜਿਹੜੇ ਸਾਡੇ ਦਰਸ਼ਨ ਨੇ ਇਹ ਤੁਹਾਨੂੰ ਉੱਥੇ ਬੈਠਿਆਂ ਹੋਇਆ ਕਰਨਗੇ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਤੁਰਦੇ ਨੇ, ਸ਼ਿਵਦੱਤ ਖੜਾ ਏ, ਅੱਖਾਂ ਦੇ ਵਿੱਚੋਂ ਨੀਰੇ ਪਰ ਬੋਲਿਆ ਕੁਝ ਨਹੀਂ, ਵਿਰਾਗ ਸੀ ਅੰਦਰ ਤੇ ਵਿਰਾਗ ਤੇ ਪ੍ਰੇਮ ਜਿਹੜਾ ਸੀ ਉਹ ਅਥਰੂ ਬਣ ਕਰਕੇ ਬਾਹਰ ਡੁੱਲਦਾ ਪਿਆ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਵੀ ਕੋਈ ਨਹੀਂ ਕੀਤੀ, ਅੱਖਾਂ 'ਚੋਂ ਹੰਝੂ ਡਿੱਗੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਇੰਨੇ ਬਚਨ ਕਹੇ ਸੀ, ਕਹਿਣ ਲੱਗੇ ਪੰਡਤ ਜੀ ਆਪ ਉਸੇ ਤਰ੍ਹਾਂ ਕਿਨਾਰੇ 'ਤੇ ਜਾਇਓ, ਆਪ ਉੱਥੇ ਬੈਠਿਓ, ਮੈਂ ਰੋਜ਼ ਤੁਹਾਨੂੰ ਝਾਤ ਕਰਾਂਗਾ। ਕਿਉਂਕਿ ਸਤਿਗੁਰੂ ਮਹਾਰਾਜ ਜਦੋਂ ਪਹਿਲੇ ਦਿਨ ਪੰਡਤ ਸ਼ਿਵਦੱਤ ਨੂੰ ਮਿਲੇ ਸੀ ਨਾ, ਤੇ ਮਹਾਰਾਜ ਨੇ ਅੱਖਾਂ 'ਤੇ ਹੱਥ ਰੱਖ ਦਿੱਤੇ, ਪਿੱਛੋਂ ਜਾ ਕੇ ਕੰਧਾੜੇ ਚੜ੍ਹ ਗਏ। ਤੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕੰਧਾੜੇ ਚੜ੍ਹੇ, ਪੰਡਤ ਜੀ ਰੋਜ਼ ਚਾਹੁੰਦੇ ਸੀ ਕਿ ਆਪਣੇ ਇਸ਼ਟ ਰਾਮ ਦੇ ਦਰਸ਼ਨ ਕਰਾਂ, ਬੜੀ ਬੰਦਗੀ ਕਰਨੀ, 90 ਸਾਲ ਤੋਂ ਉੱਪਰ ਉਮਰ ਹੋ ਚੁੱਕੀ ਹੈ ਪੰਡਤ ਸ਼ਿਵਦੱਤ ਦੀ। ਤੇ ਅੱਖਾਂ ਤੋਂ ਹੱਥ ਪਿੱਛੇ ਕਰਕੇ ਜਦੋਂ ਦੇਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਵਿੱਚੋਂ ਆਪਣੇ ਇਸ਼ਟ ਦੇ ਦਰਸ਼ਨ ਹੋਏ। ਰੋਜ਼ਾਨਾ ਸਤਿਗੁਰੂ ਮਹਾਰਾਜ ਨੇ ਮੋਢਿਆਂ 'ਤੇ ਚੜ੍ਹ ਜਾਣਾ, ਅੱਖਾਂ 'ਤੇ ਹੱਥ ਰੱਖ ਕੇ ਆਵਾਜ਼ ਦੇਣੀ ਪੰਡਤ ਦੀ ਝਾਤ, ਤੇ ਪੰਡਤ ਜੀ ਨੇ ਹੱਥ ਪਰੇ ਕਰਕੇ ਆਖਣੇ ਕਿ ਮੇਰਾ ਗੋਬਿੰਦ ਰਾਏ, ਮੇਰਾ ਬਾਲਾ ਪ੍ਰੀਤਮ,
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅਤ ਦਾ ਪ੍ਰੇਮ ਕੀਤਾ। ਲੋਕ ਕਹਿੰਦੇ ਸੀ ਕਿ ਸ਼ਿਵਦੱਤ ਦਾ ਸਰੀਰ ਬਜ਼ੁਰਗ ਹੋ ਗਿਆ ਤੇ ਫਤਿਹ ਚੰਦ ਜਿਹੜਾ ਸੀ, ਜਿਸ ਵੇਲੇ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠ ਜਾਂਦੇ ਆ ਤੇ ਸ਼ਿਵਦੱਤ ਨੂੰ ਨਾਲ ਨਹੀਂ ਲੈ ਕੇ ਆਏ। ਇਹ ਦਾਨਾਪੁਰ ਜਾ ਕੇ ਸਤਿਗੁਰ ਮਹਾਰਾਜ ਜੀ ਨੂੰ ਮਿਲਣ ਵਾਲੇ ਕਾਫਲੇ ਦੇ ਨਾਲ ਜਾ ਕੇ ਮਿਲਿਆ ਤੇ ਉੱਥੇ ਜਾ ਕੇ ਕਿਹਾ ਸੀ, ਕਹਿਣ ਲੱਗੇ ਫਤਿਹ ਚੰਦ ਤੈਨੂੰ ਤੇ ਪਤਾ ਸੀ ਮੇਰੇ ਦਿਲ ਦੀ ਹਾਲਤ ਦਾ, ਤੂੰ ਤੇ ਜਾਣਦਾ ਸੀ। ਉਹਨੇ ਕਿਹਾ ਤੁਸੀਂ ਬਜ਼ੁਰਗ, ਕਹਿੰਦੇ ਮੇਰੇ ਸਰੀਰ ਨੂੰ ਨਾ ਦੇਖੋ ਮੈਂ ਬਜ਼ੁਰਗ ਹੋ ਗਿਆ, ਸੱਚ ਕਰਕੇ ਜਾਣੋ ਜਿਉਂ-ਜਿਉਂ ਸਰੀਰ ਬੁੱਢਾ ਹੁੰਦਾ ਪਿਆ ਹੈ ਅੰਤਰ ਆਤਮੇ ਮੇਰੀ ਪ੍ਰੀਤ ਗੋਬਿੰਦ ਦੇ ਨਾਲ ਉਹ ਜਵਾਨ ਹੁੰਦੀ ਪਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਆਪ ਜੀ ਫਿਰ ਉਸ ਕਿਨਾਰੇ ਤੇ ਬੈਠਣਾ, ਆਪ ਗੰਗਾ ਦੇ ਕੰਢੇ ਤੇ ਬੈਠੋਗੇ, ਮੈਂ ਰੋਜ਼ ਆਪ ਜੀ ਨੂੰ ਪ੍ਰਤੱਖ ਦਰਸ਼ਨ ਉੱਥੇ ਦੇਵਾਂਗਾ। ਸਤਿਗੁਰ ਮਹਾਰਾਜ ਸੰਗਤ ਨੂੰ ਭਰੋਸਾ ਦਿੰਦੇ ਆ, ਕਹਿਣ ਲੱਗੇ ਸੰਗਤ ਜੀ ਆਪ ਨੇ ਮੰਦਰ ਵਿੱਚ ਜਾਣਾ। ਮੰਦਰ ਤੋਂ ਭਾਵ ਜਿਹੜਾ ਅੱਜ ਸਾਡਾ ਤਖਤ ਹੈ ਸ਼੍ਰੀ ਹਰਮੰਦਰ ਜੀ ਪਟਨਾ। ਮਹਾਰਾਜ ਜੀ ਦੇ ਹੁਕਮਨਾਮਿਆਂ ਦੇ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਹਰਮੰਦਰ ਗੁਰੂ ਪਟਨਾ ਗੁਰੂ ਕਾ ਘਰ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਪ ਜੀ ਹਰਮੰਦਰ ਜਾਣਾ, ਉੱਥੇ ਬੈਠ ਕਰਕੇ ਸੰਗਤ ਕਰਨੀ, ਅੰਮ੍ਰਿਤ ਵੇਲੇ ਸੰਗਤ ਦੇ ਵਿੱਚ ਆਸਾ ਕੀ ਵਾਰ ਪੜ੍ਹਨਾ ਤੇ ਸਤਿਗੁਰ ਮਹਾਰਾਜ ਕਹਿੰਦੇ ਸਾਡੇ ਦਰਸ਼ਨ ਉੱਥੇ ਤੁਹਾਨੂੰ ਹੋਣਗੇ। ਸਤਿਗੁਰ ਮਹਾਰਾਜ ਨੇ ਸਾਰੀ ਸੰਗਤ ਨੂੰ ਕਿਹਾ ਕਿ ਆਸਾ ਕੀ ਵਾਰ ਪੜ੍ਹਿਓ। ਰਹੀਮ ਬਖਸ਼ ਨੂੰ ਕਿਹਾ ਕਿ ਆਪ ਰੋਜ਼ਾਨਾ ਜਪਜੀ ਦਾ ਪਾਠ ਕਰਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਤਿਹ ਚੰਦ ਮੈਨੀ ਰਾਣੀ ਨੂੰ ਸਤਿਗੁਰ ਮਹਾਰਾਜ ਕਹਿੰਦੇ ਨੇ ਛੋਲੇ ਤੇ ਪੂੜੀਆਂ ਰੋਜ਼ ਤਿਆਰ ਕਰਕੇ ਲੰਗਰ ਛਕਾਇਓ ਤੇ ਪੰਡਤ ਸ਼ਿਵਦੱਤ ਨੂੰ ਕਿਹਾ ਕਿ ਰੋਜ਼ ਨੇਮ ਨਾਲ ਬੈਠਿਓ, ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਦੇਖੋ ਇਹ ਭਾਵੇਂ ਸਤਿਗੁਰ ਮਹਾਰਾਜ ਜੀ ਨੇ ਉਸ ਵੇਲੇ ਜਿਹੜਾ ਸੀ ਸੰਗਤ ਨੂੰ ਜਾਂ ਫਤਿਹ ਚੰਦ ਰਾਜੇ ਦੀ ਘਰਵਾਲੀ ਮੈਨੀ ਨੂੰ ਦੇਣਾ ਕੀਤਾ, ਜਾਂ ਸਤਿਗੁਰ ਮਹਾਰਾਜ ਜੀ ਰਹੀਮ ਬਖਸ਼ ਨੂੰ ਦਿੰਦੇ ਨੇ, ਜਾਂ ਸ਼ਿਵਦੱਤ ਨੂੰ ਉਪਦੇਸ਼ ਦਿੱਤਾ, ਪਰ ਦੇਖੋ ਉਹਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣੋ ਕਿ ਮਹਾਰਾਜ ਕਹਿੰਦੇ ਨੇ ਜਪਜੀ ਪੜ੍ਹਿਓ ਮੇਰੇ ਦਰਸ਼ਨ ਹੋਣਗੇ। ਅੱਜ ਅਸੀਂ ਜਾਈਏ ਜਦੋਂ ਪਟਨੇ ਦੀ ਧਰਤੀ ਤੇ ਉਸ ਗੁਰੂ ਕਾ ਬਾਗ ਜਿੱਥੇ ਰਹੀਮ ਬਖਸ਼ ਨੇ ਬੈਠ ਕੇ ਜਪਜੀ ਪੜ੍ਹਨੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਣੇ। ਜਾਈਏ ਜੇ ਕਿਤੇ ਉਸ ਫਤਿਹ ਚੰਦ ਮੈਨੀ ਦੇ ਘਰ ਦੇ ਅੰਦਰ, ਜੇਕਰ ਉੱਥੇ ਬੈਠ ਕੇ ਛੋਲੇ ਪੂੜੀਆਂ ਖਾਂਦਿਆਂ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਜਿਵੇਂ ਪਟਨੇ ਦੀ ਸੰਗਤ ਨੂੰ ਕਿਹਾ ਸੀ ਕਿ ਆਪ ਹਰਮੰਦਰ ਅੰਦਰ ਬੈਠ ਕੇ, ਹਰਮੰਦਰ ਜੀ ਤਖਤ ਤੇ ਬੈਠ ਕੇ ਆਪ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸੁਣਨਾ, ਕੀਰਤਨ ਕਰਨਾ। ਮਹਾਰਾਜ ਕਹਿੰਦੇ ਸਾਡੇ ਦਰਸ਼ਨ ਹੋਣਗੇ। ਤੇ ਜੇਕਰ ਭਾਵਨਾ ਦੇ ਨਾਲ ਅੱਜ ਵੀ ਉੱਥੇ ਜਾ ਕੇ ਬੈਠੀਏ ਤੇ ਸਾਨੂੰ ਸੱਚੀ ਮੁੱਚੀ, ਕਈ ਲੋਕ ਕਹਿੰਦੇ ਨੇ ਜਿਹੜੇ ਭਾਵਨਾ ਨਾਲ ਜਾਂਦੇ ਨੇ, ਉਹ ਕਹਿੰਦੇ ਜਦੋਂ ਅਸੀਂ ਪਟਨੇ ਦੀਆਂ ਗਲੀਆਂ ਦੇ ਵਿੱਚੋਂ ਲੰਘੇ ਤੇ ਸਾਨੂੰ ਇਵੇਂ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਇੱਥੇ ਹੁਣੇ ਦੌੜਦੇ ਫਿਰਦੇ ਹੋਵਣ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੋਂ ਵਿਦਿਆ ਹੁੰਦੇ ਨੇ। ਢਾਕੇ ਦੇ ਵਿੱਚੋਂ ਜਿਹੜੀ ਪਾਲਕੀ ਸੀ ਤਿਆਰ ਹੋ ਕੇ ਆਈ ਸੀ, ਸੋਨੇ ਦੀ ਪਾਲਕੀ। ਸੱਚੇ ਪਾਤਸ਼ਾਹ ਮਹਾਰਾਜ ਉਸ ਪਾਲਕੀ ਵਿੱਚ ਬੈਠੇ ਨਾਲ ਪਰਿਵਾਰ। ਪਹਿਲਾ ਪੜਾਅ ਜਿਹੜਾ ਸੀ ਸਤਿਗੁਰ ਮਹਾਰਾਜ ਜੀ ਨੇ ਦਾਨਾਪੁਰ ਕੀਤਾ, ਇਹ ਵੀ ਬਿਹਾਰ ਦੀ ਧਰਤੀ ਦੇ ਉੱਤੇ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਦਾਨਾਪੁਰ ਰੁਕੇ। ਫਿਰ ਜਦੋਂ ਦਰਸ਼ਨ ਕਰਨ ਵਾਸਤੇ ਸ਼ਿਵਦੱਤ, ਫਤਿਹ ਚੰਦ ਮੈਨੀ ਇਹ ਵੀ ਆਏ ਤੇ ਇਹਨਾਂ ਨੇ ਵੀ ਪਹਿਲਾ ਪੜਾਅ ਜਿਹੜਾ ਸੀ ਦਾਨਾਪੁਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਾਨਾਪੁਰ ਪਹੁੰਚਦੇ ਆ, ਇਸ ਅਸਥਾਨ 'ਤੇ ਸੰਗਤ ਜਿਹੜੀ ਸੀ ਬਹੁਤ ਇਕੱਠੀ ਹੋਈ ਤੇ ਕਿਸੇ ਸੰਗਤ ਪ੍ਰੇਮ, ਕਹਿੰਦੇ ਵਿਦਵਾਨ ਲਿਖਦੇ ਨੇ ਕਿ ਬਜ਼ੁਰਗ ਮਾਤਾ ਨੇ ਹਾਂਡੀ ਦੇ ਵਿੱਚ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਜਿਹੜੀ ਸੀ ਉਹ ਖਿਚੜੀ ਤਿਆਰ ਕੀਤੀ। ਹੁਣ ਸੰਗਤ ਵੱਲੇ ਦੇਖ ਕੇ ਇਵੇਂ ਲੱਗਦਾ ਸੀ ਕਿ ਸੰਗਤ ਬਹੁਤ ਜ਼ਿਆਦਾ ਹੈ ਤੇ ਖਿਚੜੀ ਬਹੁਤ ਥੋੜ੍ਹੀ, ਇਹ ਕਿਵੇਂ ਵਰਤਾਈ ਜਾ ਸਕਦੀ ਹੈ। ਸਤਿਗੁਰੂ ਮਹਾਰਾਜ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਹਾਂਡੀ ਨੂੰ ਫੜਿਆ। ਮਹਾਰਾਜ ਕਹਿੰਦੇ ਨੇ ਕਿ ਉਹ ਲਿਆਓ, ਮੈਂ ਖਿਚੜੀ ਵਰਤਾਉਣਾ ਹੈ। ਤੇ ਜਦੋਂ ਸਤਿਗੁਰੂ ਵਰਤਾਉਣ 'ਤੇ ਆਉਂਦਾ ਉੱਥੇ ਕਮੀ ਕਿਸੇ ਗੱਲ ਦੀ ਨਹੀਂ ਰਹਿੰਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਖਿਚੜੀ ਵਰਤਾਈ। ਉਸ ਅਸਥਾਨ ਦਾ ਨਾਮ ਵੀ ਹਾਂਡੀ ਸਾਹਿਬ ਹੈ। ਹਾਂਡੀ ਕਰਕੇ ਉਸ ਅਸਥਾਨ ਦਾ ਨਾਂ। ਤੇ ਅੱਜ ਵੀ ਉਹ ਹਾਂਡੀ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਦੀ, ਉਹ ਉੱਥੇ ਮੌਜੂਦ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਪੜਾਅ ਦਰ ਪੜਾਅ ਸਫ਼ਰ ਵੀ ਕੀਤਾ। ਕਿਵੇਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ, 4 ਦਿਨ ਮਹਾਰਾਜ ਮਿਰਜ਼ਾਪੁਰ ਰੁਕੇ ਨੇ।
ਬਨਾਰਸ ਜੌਨਪੁਰ ਰੁਕਦੇ ਨੇ ਤੇ ਉੱਥੇ ਸੰਗਤ ਦਰਸ਼ਨ ਕਰਨ ਵਾਸਤੇ ਆਈ। ਸੱਚੇ ਪਾਤਸ਼ਾਹ ਮਹਾਰਾਜ ਲਖਨਊ, ਹਰਿਦੁਆਰ, ਅੰਬਾਲਾ ਤੋਂ ਹੁੰਦਿਆਂ ਲਖਨੌਰ ਪੁੱਜਦੇ ਨੇ, ਜਿੱਥੇ ਮਾਤਾ ਗੁਜਰੀ ਜੀ ਦੇ ਜਿਹੜਾ ਪੇਕਾ ਪਿੰਡ, ਜਿਹੜਾ ਪੁਰਾਣਾ ਪਿੰਡ ਸੀ, ਉੱਥੇ ਸੀ। ਸੱਚੇ ਪਾਤਸ਼ਾਹ ਮਹਾਰਾਜ ਲਖਨੌਰ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਡਸਕਾ ਪੀਰ ਭੀਖਨ ਸ਼ਾਹ ਮਿਲਣ ਵਾਸਤੇ ਆਇਆ। ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਰਫ ਖਾਨ ਆਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਅਗਲੇ ਦੀਵਾਨ ਦੇ ਵਿੱਚ ਆਪਾਂ ਉਹਨਾਂ ਫਕੀਰਾਂ ਦਾ ਜ਼ਿਕਰ ਵੀ ਕਰਾਂਗੇ ਜਿਨ੍ਹਾਂ ਨੇ ਲਖਨੌਰ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪਰਸੇ ਸਨ। ਗੁਰੂ ਕਿਰਪਾ ਕਰੇ। ਆਓ ਅਖੀਰ ਦੇ ਵਿੱਚ ਅਰਦਾਸ ਕਰੀਏ। ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿਤੇ ਲੇਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ